ਸਤਿ ਸ੍ਰੀ ਅਕਾਲ। ਕਦੇ ਸੋਚਿਆ ਹੈ ਕਿ ਇੱਕ ਹੀ ਸ਼ਹਿਰ ਦੀਆਂ ਦੋ ਬਿਲਕੁਲ ਵੱਖਰੀਆਂ ਪਛਾਣਾਂ ਹੋ ਸਕਦੀਆਂ ਨੇ? ਇੱਕ ਪਾਸੇ ਇੱਕ ਸੰਤ ਦੀ ਮਾਫੀ ਦੀ ਕਹਾਣੀ ਤੇ ਦੂਜੇ ਪਾਸੇ ਅਰਬਾਂ ਖਰਬਾਂ ਦੀ ਦੌਲਤ ਨੂੰ ਲੈ ਕੇ ਇੱਕ ਵੱਡੀ ਧੋਖਾਧੜੀ। ਅੱਜ ਆਪਾਂ ਫਰੀਦਕੋਟ ਦੀਆਂ ਇਹੀ ਦੋ ਵਿਰਾਸਤਾਂ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਦੇਖੋ, ਇਹ ਦੋ ਵਿਰਾਸਤਾਂ ਦੀ ਕਹਾਣੀ ਹੈ। ਇੱਕ ਦਾ ਜਨਮ ਹੁੰਦਾ ਹੈ ਮਾਫੀ ਦੇ ਇੱਕ ਚਮਤਕਾਰ ਤੋਂ, ਤੇ ਦੂਜੀ ਉਹ ਇੱਕ ਅਜਿਹੀ ਵਿਰਾਸਤ ਹੈ ਅਰਬਾਂ ਦੀ, ਜਿਸ ਨੂੰ ਲਾਲਚ ਨੇ ਤਕਰੀਬਨ ਖੋ ਹੀ ਲਿਆ ਸੀ। ਚਲੋ ਫਿਰ ਪਹਿਲੀ ਵਿਰਾਸਤ ਨਾਲ ਗੱਲ ਸ਼ੁਰੂ ਕਰਦੇ ਹਾਂ। ਇਸ ਦੇ ਲਈ ਆਪਾਂ ਨੂੰ ਸਫ਼ਰ ਕਰਨਾ ਪੈਣਾ ਹੈ 13ਵੀਂ ਸਦੀ ਵਿੱਚ, ਉਸ ਵੇਲੇ ਜਦੋਂ ਇਸ ਸ਼ਹਿਰ ਦਾ ਨਾਂ ਫਰੀਦਕੋਟ ਨਹੀਂ ਬਲਕਿ ਮੋਕਲਹਰ ਹੁੰਦਾ ਸੀ। ਤਾਂ ਉਸ ਵੇਲੇ ਉੱਥੋਂ ਦਾ ਰਾਜਾ ਸੀ ਮੌਕਲ ਸੀ। ਉਹ ਇੱਕ ਵੱਡਾ ਕਿਲਾ ਬਣਵਾ ਰਿਹਾ ਸੀ, ਪਰ ਕਿਵੇਂ? ਆਪਣੇ ਹੀ ਲੋਕਾਂ ਤੋਂ, ਉਹਨਾਂ ਦੀ ਮਰਜ਼ੀ ਦੇ ਖਿਲਾਫ ਜ਼ਬਰਦਸਤੀ ਕੰਮ ਕਰਵਾ ਕੇ। ਤਾਂ ਹੁੰਦਾ ਕੀ ਏ, ਉਸੇ ਜਬਰੀ ਮਜ਼ਦੂਰੀ ਦੌਰਾਨ ਮਹਾਨ ਸੂਫੀ ਸੰਤ ਬਾਬਾ ਫਰੀਦ ਜੀ ਉੱਥੋਂ ਲੰਘ ਰਹੇ ਸੀ। ਉਹਨਾਂ ਨੂੰ ਵੀ ਇੱਕ ਮਜ਼ਦੂਰ ਸਮਝ ਲਿਆ ਗਿਆ ਤੇ ਮਿੱਟੀ ਦੀ ਟੋਕਰੀ ਚੁੱਕਣ ਲਈ ਮਜਬੂਰ ਕੀਤਾ ਗਿਆ। ਪਰ ਫਿਰ ਇੱਕ ਚਮਤਕਾਰ ਹੋਇਆ। ਜਿਵੇਂ ਹੀ ਉਹ ਤੁਰੇ, ਮਿੱਟੀ ਦੀ ਟੋਕਰੀ ਉਹਨਾਂ ਦੇ ਸਿਰ ਤੋਂ ਉੱਪਰ ਹਵਾ ਵਿੱਚ ਤੈਰਨ ਲੱਗ ਪਈ। ਰਾਜਾ ਮੋਕਲ ਸੀ ਨੇ ਜਦੋਂ ਇਹ ਦੇਖਿਆ, ਉਸ ਨੂੰ ਆਪਣੀ ਬਹੁਤ ਵੱਡੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨੇ ਭੱਜ ਕੇ ਮਾਫੀ ਮੰਗੀ। ਬਾਬਾ ਫਰੀਦ ਜੀ ਨੇ ਰਾਜੇ ਨੂੰ ਮਾਫ ਕਰ ਦਿੱਤਾ ਤੇ ਰਾਜੇ ਨੇ ਸੰਤ ਦੇ ਸਨਮਾਨ ਵਿੱਚ ਉਸੇ ਵੇਲੇ ਮੋਕਲਹਰ ਦਾ ਨਾਂ ਬਦਲ ਕੇ ਰੱਖ ਦਿੱਤਾ ਫਰੀਦਕੋਟ, ਯਾਨੀ ਫਰੀਦ ਦਾ ਕਿਲਾ। ਤੇ ਬਸ ਇਸ ਤਰ੍ਹਾਂ ਇਸ ਸ਼ਹਿਰ ਦਾ ਨਾਂ ਹੀ ਇੱਕ ਰਾਜੇ ਦੀ ਪੁੱਲ ਅਤੇ ਇੱਕ ਸੰਤ ਦੀ ਮਾਫੀ ਤੇ ਰੱਖਿਆ ਗਿਆ, ਯਾਨੀ ਕਿ ਇਸ ਸ਼ਹਿਰ ਦੀ ਨੀਂਹ ਹੀ ਮਾਫੀ ਦੇ ਇੱਕ ਜਜ਼ਬੇ ਤੇ ਟਿਕੀ ਹੋਈ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਲਗਭਗ 800 ਸਾਲਾਂ ਬਾਅਦ ਮਾਫੀ ਦੀ ਇਸ ਵਿਰਾਸਤ ਨੂੰ ਇੱਕ ਧੋਖੇ ਦੀ ਕਹਾਣੀ ਨਾਲ ਚੁਣੌਤੀ ਮਿਲਦੀ ਹੈ, ਤਾਂ ਕੀ ਹੁੰਦਾ ਹੈ? ਚਲੋ ਹੁਣ ਚੱਲਦੇ ਹਾਂ 20ਵੀਂ ਸਦੀ ਵਿੱਚ, ਜਿੱਥੇ ਫਰੀਦਕੋਟ ਦੀ ਇੱਕ ਦੂਜੀ ਬਿਲਕੁਲ ਹੀ ਵੱਖਰੀ ਕਹਾਣੀ ਸ਼ੁਰੂ ਹੁੰਦੀ ਹੈ। ਤਾਂ ਹੁਣ ਕਹਾਣੀ ਵਿੱਚ ਐਂਟਰੀ ਹੁੰਦੀ ਹੈ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ। ਉਹ ਫਰੀਦਕੋਟ ਦੇ ਆਖਰੀ ਸ਼ਾਸਕ ਸਨ ਤੇ ਬੇਹਿਸਾਬ ਦੌਲਤ ਦੇ ਮਾਲਕ। ਤੇ ਦੇਖੋ, ਕੋਈ ਛੋਟੀ-ਮੋਟੀ ਜਾਇਦਾਦ ਨਹੀਂ ਸੀ ਇਹ। ਸ਼ਾਹੀ ਮਹਿਲ, ਵੱਡੇ-ਵੱਡੇ ਕਿਲੇ, ਰੋਲਜ਼ ਰਾਈਸ ਵਰਗੀਆਂ ਵਿੰਟੇਜ ਕਾਰਾਂ, ਇੱਥੋਂ ਤੱਕ ਕਿ ਨਿੱਜੀ ਹਵਾਈ ਜਹਾਜ਼ ਵੀ। ਦਿੱਲੀ, ਚੰਡੀਗੜ੍ਹ ਤੇ ਮਸ਼ੋਬਰਾ ਵਰਗੀਆਂ ਥਾਵਾਂ ਤੇ ਕੀਮਤੀ ਜ਼ਮੀਨਾਂ ਜਾਇਦਾਦਾਂ ਵੱਖਰੀਆਂ। ਜੇ ਅੱਜ ਦੇ ਸਮੇਂ 'ਚ ਇਸ ਸਾਰੀ ਜਾਇਦਾਦ ਦੀ ਕੀਮਤ ਦਾ ਅੰਦਾਜ਼ਾ ਲਗਾਈਏ ਤਾਂ ਇਹ ਬਣਦੀ ਹੈ ਪੂਰੇ 25,000 ਕਰੋੜ ਰੁਪਏ। ਬਹੁਤ ਵੱਡੀ ਰਕਮ ਹੈ। ਪਰ ਫਿਰ 1981 ਵਿੱਚ ਇਸ ਸ਼ਾਹੀ ਪਰਿਵਾਰ ਤੇ ਇੱਕ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਿਆ। ਮਹਾਰਾਜੇ ਦੇ ਇਕਲੌਤੇ ਪੁੱਤਰ, ਯਾਨੀ ਉਹਨਾਂ ਦੇ ਵਾਰਸ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਸ ਘਟਨਾ ਨੇ ਮਹਾਰਾਜੇ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਫਿਰ 1999 ਵਿੱਚ ਜਦੋਂ ਮਹਾਰਾਜਾ ਖੁਦ ਇਸ ਦੁਨੀਆ ਤੋਂ ਚਲੇ ਗਏ, ਤਾਂ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਵਸੀਅਤ ਸਾਹਮਣੇ ਆਈ, 1982 ਦੀ ਵਸੀਅਤ। ਤੇ ਇਸ ਵਸੀਅਤ ਨੇ ਇੱਕ ਅਜਿਹੀ ਲੜਾਈ ਛੇੜ ਦਿੱਤੀ ਜੋ ਅਗਲੇ ਕਈ ਦਹਾਕਿਆਂ ਤੱਕ ਚੱਲਣੀ ਸੀ। ਤਾਂ ਉਸ ਵਸੀਅਤ 'ਚ ਸੀ ਕੀ? ਹੈਰਾਨੀ ਦੀ ਗੱਲ ਇਹ ਸੀ ਕਿ ਮਹਾਰਾਜੇ ਦੀਆਂ ਤਿੰਨੋਂ ਧੀਆਂ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਗਿਆ ਸੀ, ਖਾਸ ਕਰਕੇ ਸਭ ਤੋਂ ਵੱਡੀ ਧੀ ਅੰਮ੍ਰਿਤ ਕੌਰ ਨੂੰ। ਤੇ ਸਾਰੀ ਦੀ ਸਾਰੀ ਜਾਇਦਾਦ ਉਹ ਦੇ ਦਿੱਤੀ ਗਈ ਇੱਕ ਟਰਸਟ ਨੂੰ, ਜਿਸ ਨੂੰ ਚਲਾ ਕੌਣ ਰਿਹਾ ਸੀ? ਮਹਿਲ ਦੇ ਨੌਕਰ, ਵਕੀਲ ਤੇ ਹੋਰ ਸਟਾਫ। ਪਰ ਮਹਾਰਾਜੇ ਦੀ ਸਭ ਤੋਂ ਵੱਡੀ ਧੀ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਇਹ ਗੱਲ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਹੱਕ ਲਈ ਲੜਨਗੇ। ਤੇ ਫਿਰ 1992 ਵਿੱਚ ਉਹਨਾਂ ਨੇ ਇਸ ਵਸੀਅਤ ਨੂੰ ਅਦਾਲਤ ਵਿੱਚ ਚੁਣੌਤੀ ਦੇ ਦਿੱਤੀ। ਉਹਨਾਂ ਦਾ ਦਾਅਵਾ ਸੀ ਕਿ ਇਹ ਵਸੀਅਤ ਨਕਲੀ ਹੈ, ਜਾਲੀ ਹੈ। ਇਹ ਉਹਨਾਂ ਲੋਕਾਂ ਨੇ ਬਣਾਈ ਹੈ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਦੇ ਦੁੱਖ ਤੇ ਗਮ ਦਾ ਨਾਜਾਇਜ਼ ਫਾਇਦਾ ਚੁੱਕਿਆ। ਤੇ ਲੜਾਈ ਕੋਈ 1-2 ਸਾਲ ਨਹੀਂ ਚੱਲੀ। ਦੇਖੋ, 1981 ਵਿੱਚ ਪੁੱਤਰ ਦੀ ਮੌਤ ਹੁੰਦੀ ਹੈ, 99 ਵਿੱਚ ਵਿਵਾਦਿਤ ਵਸੀਅਤ ਸਾਹਮਣੇ ਆਉਂਦੀ ਹੈ, 92 ਵਿੱਚ ਰਾਜਕੁਮਾਰੀ ਅੰਮ੍ਰਿਤ ਕੌਰ ਕੇਸ ਕਰਦੇ ਨੇ, ਤੇ ਫਿਰ ਸਾਲਾਂ ਬੱਧੀ ਕੇਸ ਚੱਲਦਾ ਰਿਹਾ। ਅਖੀਰ 2013 ਵਿੱਚ ਚੰਡੀਗੜ੍ਹ ਦੀ ਅਦਾਲਤ ਨੇ ਵਸੀਅਤ ਨੂੰ ਜਾਲੀ ਕਰਾਰ ਦਿੱਤਾ। ਤੇ ਫਿਰ 2022 ਵਿੱਚ, ਯਾਨੀ 30 ਸਾਲਾਂ ਬਾਅਦ, ਭਾਰਤ ਦੀ ਸੁਪਰੀਮ ਕੋਰਟ ਨੇ ਵੀ ਇਸੇ ਫੈਸਲੇ ਤੇ ਮੋਹਰ ਲਾ ਦਿੱਤੀ। ਤਾਂ ਪੂਰੇ 3 ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਅੰਤਿਮ ਫੈਸਲਾ ਆਇਆ, ਜਿਸ ਨੇ ਮਹਾਰਾਜੇ ਦੀ ਵਿਰਾਸਤ ਦੀ ਕਹਾਣੀ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਸੁਪਰੀਮ ਕੋਰਟ ਨੇ ਕੀ ਕਿਹਾ? ਪਹਿਲੀ ਗੱਲ, 1982 ਵਾਲੀ ਵਸੀਅਤ ਨੂੰ ਪੂਰੀ ਤਰ੍ਹਾਂ ਜਾਲੀ ਤੇ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ। ਦੂਜਾ, ਮਹਾਰਾਜੇ ਦੀਆਂ ਧੀਆਂ ਨੂੰ ਹੀ ਉਹਨਾਂ ਦਾ ਅਸਲੀ ਤੇ ਸਹੀ ਵਾਰਸ ਮੰਨਿਆ ਗਿਆ। ਤੇ ਤੀਜਾ, ਹੁਕਮ ਦਿੱਤਾ ਗਿਆ ਕਿ ਇਹ 25,000 ਕਰੋੜ ਦੀ ਵਿਸ਼ਾਲ ਜਾਇਦਾਦ ਉਹਨਾਂ ਵਿੱਚ ਵੰਡੀ ਜਾਵੇ। ਤਾਂ ਹੁਣ ਸਾਡੇ ਸਾਹਮਣੇ ਇੱਕੋ ਹੀ ਸ਼ਹਿਰ ਫਰੀਦਕੋਟ ਦੀਆਂ ਦੋ ਕਹਾਣੀਆਂ ਖੜੀਆਂ ਨੇ। ਇੱਕ ਪਾਸੇ ਬਾਬਾ ਫਰੀਦ ਦੀ ਮਾਫੀ ਤੇ ਇੱਕ ਰਾਜੇ ਦੀ ਨਿਮਰਤਾ ਦੀ ਕਹਾਣੀ।
ਤੇ ਦੂਜੇ ਪਾਸੇ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਆਪਣੇ ਹੱਕ ਲਈ ਲੜਨ ਦੀ ਕਹਾਣੀ। ਤੇ ਇਹੀ ਗੱਲ ਸਾਨੂੰ ਇੱਕ ਆਖਰੀ ਸਵਾਲ ਤੇ ਛੱਡ ਜਾਂਦੀ ਹੈ, ਫਰੀਦਕੋਟ ਦੀ ਅਸਲ ਪਹਿਚਾਣ ਕੀ ਹੈ? ਕਿ ਇਹ ਸ਼ਹਿਰ ਮਾਫੀ ਦੀ ਨੀਂਹ ਤੇ ਬਣਿਆ ਹੈ ਜਾਂ ਫਿਰ ਇਸ ਦੀ ਪਹਿਚਾਣ